प्यारे विद्यार्थियों सत श्री अकाल। मैं मनजीत लाजमी पंजाबी श्रेणी 12वीं लैके हाज़र हाँ। अज असी कविता भाग करांगे और कविता भाग दे विच असी भाई वीर सिंह जी की लिखी हुई कविता जिहड़ी अज करांगे। भाई वीर सिंह जी नूं पंजाबी आधुनिक कविता का पितामह कहा जाता है और इन्हां नूं निक्कियां कवितावां दे वड्डे कवि भी कहा जाता है। भाई वीर सिंह जी का जीवन काल 1872 ईस्वी तो लैके 1957 ईस्वी तक का है और इन्होंने अपनी 10वीं की ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਵੈ ਅਧਿਐਨ ਦੁਆਰਾ ਹੀ ਕਾਫੀ ਜਿਹੜੀ ਹੈ ਵਿੱਦਿਆ ਪ੍ਰਾਪਤ ਕੀਤੀ ਹੈ। ਤੇ ਇਹਨਾਂ ਦੀ ਲਿਖੀ ਹੋਈ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਜਿਹੜੀ ਕਿ ਸਾਡੇ 12ਵੀਂ ਸ਼੍ਰੇਣੀ ਦੇ ਸਿਲੇਬਸ ਦੇ ਵਿੱਚ ਹੈ ਉਹ ਅਸੀਂ ਅੱਜ ਕਰਾਂਗੇ। ਤੇ ਟੁਕੜੀ ਜੱਗ ਤੋਂ ਨਿਆਰੀ ਦੇ ਵਿੱਚ ਉਹਨਾਂ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ। ਕਸ਼ਮੀਰ ਦੀ ਸੁੰਦਰਤਾ ਜਿਹੜੀ ਹੈ ਉਹ ਵਾਕਈ ਹੀ ਜੱਗ ਤੋਂ ਨਿਆਰੀ ਹੈ। ਤੇ ਅੱਜ ਅਸੀਂ ਉਹਨਾਂ ਦੀ ਲਿਖੀ ਹੋਈ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਪੜਾਂਗੇ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ਹਿਬਰ ਲਾਈ। ਭਾਈ ਸਾਹਿਬ ਜੀ ਲਿਖਦੇ ਹਨ ਕਿ ਅਰਸ਼ਾਂ ਦੇ ਵਿੱਚ ਸਾਨੂੰ ਕੁਦਰਤ ਦੇਵੀ ਨਜ਼ਰ ਆਈ ਤੇ ਉਹ ਹੁਸਨ ਮੰਡਲ ਦੇ ਵਿੱਚ ਖੜੀ ਖੇਡਦੀ ਸੀਗੀ ਔਰ ਉਸਨੇ ਖੁਸ਼ੀਆਂ ਦੀ ਸ਼ਹਿਬਰ ਮਤਲਬ ਬਰਖਾ ਲਾਈ ਹੋਈ ਸੀ। ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਵੇ। ਕਹਿੰਦੇ ਜਦੋਂ ਕੁਦਰਤ ਦੇਵੀ ਅਰਸ਼ਾਂ ਦੇ ਵਿੱਚ ਖੇਡ ਰਹੀ ਸੀ ਤਾਂ ਉਸਨੇ ਕੀ ਕੀਤਾ, ਦੌੜੀ ਜਾਂਦੀ ਨੇ ਇੱਕ ਮੁੱਠ ਭਰ ਲਈ ਤੇ ਇਸ ਮੁੱਠ ਦੇ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਵੇ, ਵਿੱਚ ਮੈਦਾਨ ਸੁਹਾਇਆ, ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ। ਕਿ ਜਦੋਂ ਉਸਨੇ ਮੁੱਠ ਭਰੀ ਉਸ ਦੇ ਵਿੱਚ ਪਰਬਤ ਕਰੇਵੇ ਅਤੇ ਮੈਦਾਨ ਚਸ਼ਮੇ ਨਾਲੇ ਨਦੀਆਂ ਝੀਲਾਂ ਜਿਵੇਂ ਨਿੱਕੇ ਨਿੱਕੇ ਸਮੁੰਦਰ ਹੋਣ ਜਿਹੜੀਆਂ ਝੀਲਾਂ ਸੀਗੀਆਂ ਇਹ ਸਾਰੀਆਂ ਉਹਨੇ ਆਪਣੀ ਮੁੱਠੀ ਦੇ ਵਿੱਚ ਭਰ ਲਈਆਂ। ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜਿਹੇ ਸੁੰਦਰ ਕਿ ਉਸਨੇ ਉਸ ਮੁੱਠੀ ਦੇ ਵਿੱਚ ਠੰਡੀਆਂ ਹਵਾਵਾਂ ਵੀ ਭਰ ਲਈਆਂ। ਠੀਕ ਹੈ ਤੇ ਮਿੱਠੀਆਂ ਹਵਾਵਾਂ ਵੀ ਭਰ ਲਈਆਂ, ਠੰਡੀਆਂ ਛਾਵਾਂ ਵੀ ਭਰ ਲਈਆਂ, ਬਨ ਬਾਗਾਂ ਜਿਹੇ ਸੁੰਦਰ ਤੇ ਸੋਹਣੇ ਸੁਨੱਖੇ ਜਿਹੜੇ ਉੱਥੇ ਦੇ ਬਣ ਸੀਗੇ ਜੰਗਲ ਸੀਗੇ ਉਹ ਵੀ ਆਪਣੀ ਮੁੱਠੀ ਦੇ ਵਿੱਚ ਭਰ ਲਏ। ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ ਕਿ ਆਪਣੀ ਮੁੱਠੀ ਦੇ ਵਿੱਚ ਉਸ ਦੇਵੀ ਨੇ ਕੁਦਰਤੀ ਦੇਵੀ ਨੇ ਬਰਫਾਂ ਭਰ ਲਈਆਂ, ਮੀਂਹ ਭਰ ਲਏ, ਧੁੱਪਾਂ ਵੀ ਭਰ ਲਈਆਂ ਤੇ ਬੱਦਲ ਵੀ ਭਰ ਲਏ, ਰੁੱਤਾਂ ਦੇ ਕਹਿੰਦੇ ਪਿਆਰੇ ਪਿਆਰੇ ਮੇਵੇ ਵੀ ਭਰ ਲਏ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ ਕਿ ਜਦੋਂ ਉਸ ਮੁੱਠੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਸਨੇ ਭਰ ਲਈਆਂ ਨਾਲ ਉਸਦੇ ਅਰਸ਼ੀ ਨਜ਼ਾਰੇ ਸਵਰਗੀ ਨਜ਼ਾਰੇ ਵੀ ਉਸ ਮੁੱਠੀ ਦੇ ਵਿੱਚ ਸਾਰੇ ਦੇ ਸਾਰੇ ਆ ਗਏ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਕਿ ਜਦੋਂ ਉਸ ਸੁੰਦਰ ਕੁਦਰਤੀ ਦੇਵੀ ਨੇ ਅਸਮਾਨ ਦੇ ਵਿੱਚ ਖੜੇ ਹੋ ਕੇ ਧਰਤੀ ਵੱਲ ਤੱਕਿਆ ਤਾਂ ਇਹ ਮੁੱਠੀ ਖੋਲ੍ਹੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਕਿ ਉਸਨੇ ਆਪਣੀ ਮੁੱਠੀ ਜਦੋਂ ਖੋਲ੍ਹੀ ਅਸਮਾਨ 'ਤੇ ਖੜੇ ਹੋ ਕੇ ਧਰਤੀ ਵੱਲ ਮੁੱਠੀ ਖੋਲ੍ਹ ਕੇ ਸੁੱਟੀ ਤਾਂ ਸਭ ਕੁਝ ਕਹਿੰਦੇ ਕਿਆ ਹੈ ਹੇਠਾਂ ਵੱਲ ਸੁੱਟ ਦਿੱਤਾ, ਸਭ ਕੁਝ ਹੇਠ ਤਕਾ ਕੇ। ਜਿਸ ਥਾਂ ਮੈਂ ਧਰਤੀ 'ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ ਕਹਿੰਦੇ ਜਿਸ ਥਾਂ 'ਤੇ ਆ ਕੇ ਜਦੋਂ ਮੁੱਠੀ ਧਰਤੀ 'ਤੇ ਆ ਕੇ ਡਿੱਗੀ ਸਾਰੀ ਦੀ ਸਾਰੀ ਉਹ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਕਹਿੰਦੇ ਕਿ ਇਹ ਮੁੱਠੀ ਜਿਹੜੀ ਸੀ ਕੁਦਰਤੀ ਦੇਵੀ ਨੇ ਧਰਤੀ 'ਤੇ ਸੁੱਟੀ ਸੀਗੀ ਜਿੱਥੇ ਆ ਕੇ ਡਿੱਗੀ ਹੈ ਨਾ ਉਹ ਥਾਂ ਜਿਹੜੀ ਸੀ ਕੀ ਬਣ ਗਿਆ, ਕਸ਼ਮੀਰ ਬਣ ਗਿਆ। ਤੇ ਇਹ ਜਿਹੜੀ ਟੁਕੜੀ ਹੈ ਇਹ ਜੱਗ ਤੋਂ ਨਿਆਰੀ ਹੈ, ਵਾਕਈ ਜੱਗ ਤੋਂ ਨਿਆਰੀ ਹੈ। ਹੋਰ ਵੀ ਬਹੁਤ ਸਾਰੇ ਸਾਡੇ ਪ੍ਰਾਂਤ ਨੇ ਪਰ ਜਿਹੜਾ ਕਸ਼ਮੀਰ ਹੈ ਉਸ ਦਾ ਨਜ਼ਾਰਾ ਅਲੱਗ ਹੀ ਹੈ ਧਰਤੀ ਪਰ ਛੂ ਅਸਮਾਨੀ। ਕਹਿੰਦੇ ਭਾਵੇਂ ਹੀ ਇਹ ਧਰਤੀ ਹੈ ਪਰ ਇਸ ਨੂੰ ਅਸਮਾਨੀ ਛੂ ਲੱਗੀ ਹੋਈ ਹੈ ਸੁੰਦਰਤਾ ਵਿੱਚ ਲਸ਼ਕੇ। ਤੇ ਇਹ ਜਿਹੜੀ ਹੈ ਕਸ਼ਮੀਰ ਦੀ ਧਰਤੀ ਹੈ ਉਹ ਵਾਕਈ ਸੁੰਦਰਤਾ ਦੇ ਨਾਲ ਲਸ਼ਕ ਰਹੀ ਹੈ। ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ ਅਰਸ਼ ਦੀ ਚਮਕੇ ਕਿ ਇਸ ਧਰਤੀ ਦੇ ਵਿੱਚ ਰਸ ਸਵਾਦ ਤੇ ਨਜ਼ਾਰੇ ਨੇ ਜਿਵੇਂ ਉਹ ਖੁਦ ਜਿਹੜੇ ਹੈ ਕੁਦਰਤ ਨੇ ਇੱਥੇ ਸਜਾਏ ਨੇ ਤੇ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਸਵਰਗ ਵਰਗਾ ਜਿਹੜਾ ਆ ਨਜ਼ਾਰਾ ਆ ਔਰ ਇੱਥੇ ਦੀ ਜਿਹੜੀ ਅਲੱਗ ਚਮਕ ਹੈ, ਇੱਥੇ ਦੀ ਜਿਹੜੀ ਅਲੱਗ ਹੀ ਇਸ ਜਗ੍ਹਾ ਦੀ ਜਿਹੜੀ ਸ਼ਾਨ ਹੈ। ਵਾਕਈ ਇਹ ਜਿਹੜੀ ਜਗ੍ਹਾ ਆ ਕਸ਼ਮੀਰ ਹੈ ਵਾਕਈ ਇਹ ਟੁਕੜੀ ਜੱਗ ਤੋਂ ਨਿਆਰੀ ਹੈ, ਪੂਰੇ ਸੰਸਾਰ ਤੋਂ ਅਲੱਗ ਹੈ। ਤੇ ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਆਪਣੀ ਕਵਿਤਾ ਦੇ ਵਿੱਚ ਕੀਤਾ ਤੇ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਤੇ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਮੇਰੇ ਚੈਨਲ ਦੇ ਵਿੱਚ ਵੀਡੀਓ ਪਸੰਦ ਆਉਂਦੀ ਹੈ ਤਾਂ ਉਹਨਾਂ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ। ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀ ਵੀਡੀਓਜ਼ ਹੈ ਜ਼ਰੂਰ ਪਸੰਦ